देश ਲਈ ਅਗੇਂਸਟ ਭਿੰਡਰਾਂਵਾਲਾ ਜਿਹੜਾ ਆਦੇਸ਼ ਦਿੰਦਾ ਰਿਹਾ ਔਰ ਇਹ ਕਹਿੰਦਾ ਰਿਹਾ ਕਿ ਘੜੇ 'ਚੋਂ ਪਰਚੀ ਕੱਢਣੀ ਕਿ ਆਹ ਬੰਦਾ ਮਾਰ ਕੇ ਲੈ ਕੇ ਆਓ। ਜੇ ਤੇ ਲੜੀ ਸੀ ਅੰਗਰੇਜ਼ਾਂ ਦੇ ਬਰਖਲਾਫ ਫਿਰ ਤਾਂ ਮੈਂ ਭਿੰਡਰਾਂਵਾਲੇ ਨੂੰ ਕਹਾਂਗਾ ਕਿ ਉਹ ਦੇਸ਼ ਭਗਤ ਸੀ, ਅਤੇ ਜੇ ਪੰਜਾਬੀਆਂ ਨੂੰ ਹੀ ਮਾਰਿਆ ਤਾਂ ਫਿਰ ਮੈਂ ਉਹਨੂੰ ਅੱਤਵਾਦੀ ਭਿੰਡਰਾਂਵਾਲੇ ਦੇ ਨਾਲ ਉਸ ਦੇਸ਼ ਭਗਤ ਨੂੰ ਕਰਨਾ। ਇੱਕ ਬੰਦਾ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਲੜੀ ਅਤੇ ਇੱਕ ਬੰਦੇ ਨੇ ਟੈਰਰਿਜ਼ਮ ਨੂੰ ਪਹਿਲ ਦਿੱਤੀ। ਇਹੋ ਜਿਹੇ ਬਿਆਨ ਦੇਣੇ ਨਾ ਸਿੱਖ ਕੌਮ ਲਈ ਨਾ ਪੰਜਾਬੀਅਤ ਲਈ ਠੀਕ ਨਹੀਂ। ਬੜਾ ਜੇਲ੍ਹ ਦੇ ਵਿੱਚ ਬੈਠ ਕੇ ਉਹਨਾਂ ਨੇ ਬੜੀਆਂ ਕਿਤਾਬਾਂ ਪੜ੍ਹੀਆਂ। ਪੋਲੀਟੀਕਲ ਬੰਦਿਆਂ ਨੂੰ ਇੰਨਾ ਬਦਨਾਮ ਨਾ ਕਰੋ ਕਿ ਲੋਕਾਂ ਦਾ ਪੋਲੀਟੀਕਲ ਸਿਸਟਮ ਤੋਂ ਵਿਸ਼ਵਾਸ ਉੱਠ ਜਾਏ। ਤੁਸੀਂ ਵੀ ਇਹਦੇ 'ਚ ਆਉਣਾ। ਤੁਹਾਡੇ ਵੀ ਬੰਦੇ 30-35 ਸਾਡੇ 'ਚੋਂ ਹੀ ਗਏ ਆ ਅਤੇ ਮੈਨੂੰ ਵੀ ਉਹਨਾਂ ਬਾਰੇ ਪਤਾ। ਦੇਖੋ, ਸੰਗਤ ਸਿੰਘ ਗਿਲਜੀਆਂ ਜੀ ਦਾ ਜੋ ਅੱਜ ਬੇਲ ਹੋਈ ਆ, ਉਹ ਮੈਂ ਜੁਡੀਸ਼ਰੀ ਦਾ ਥੈਂਕਸ ਵੀ ਕਰਦਾ। ਔਰ ਇੱਕ ਚੀਜ਼ ਤਾਂ ਹੋ ਗਿਆ ਕਿ ਜੁਡੀਸ਼ਰੀ ਜਿਹੜੀ ਅੱਜ ਵੀ ਇੰਡੀਪੈਂਡੈਂਟਲੀ ਕੰਮ ਕਰ ਰਹੀ ਹੈ ਔਰ ਜੋ ਗਲਤ ਪੋਲੀਟੀਕਲ ਵੈਂਡੇਟਾ ਜੋ ਇਹਨਾਂ ਨੇ ਲਿਖਿਆ ਸੀ, ਗਿਲਜੀਆਂ ਸਾਹਿਬ ਦੇ ਐਡਵੋਕੇਟ ਨੇ ਕਿ ਇਹਨਾਂ ਦੇ ਨਾਲ ਵੈਂਡੇਟਾ ਪੋਲੀਟੀਕਲ ਵੈਂਡੇਟਾ ਦੇ ਅਧੀਨ ਇਹਨਾਂ ਨੇ ਕੰਮ ਕੀਤਾ। 2 ਮਹੀਨੇ ਜਿਹੜਾ ਮਿਨਿਸਟਰ ਰਹਿੰਦਾ ਉਹ ਕੀ ਉਹਦੇ 'ਚ ਕਰੇਗਾ। ਸਭ ਤੋਂ ਪਹਿਲੀ ਗੱਲ ਇਹਨਾਂ ਨੇ ਕਿਹਾ ਕਿ 80,000 ਟਰੀ ਗਾਰਡ ਖਰੀਦੇ। ਉਹ ਬਾਅਦ 'ਚ ਆਪ ਹੀ ਇਹਨਾਂ ਨੇ ਕਿਹਾ, ਹਾਈ ਕੋਰਟ ਜੀ ਕਹਿਤਾ ਕਿ ਨਹੀਂ ਜੀ 20,000 ਰਹਿ ਗਏ। ਜਿਸ ਵੇਲੇ 20,000 ਤੋਂ ਜੇ ਉਹਦੀ ਬੇਲ ਲੱਗੀ ਸੈਸ਼ਨ ਜੱਜ ਦੇ, ਉੱਥੇ 1500 ਰਹਿ ਗਏ। ਇਹਦਾ ਮਤਲਬ ਕਿ ਇਹਨਾਂ ਨੇ ਪਿਓਰਲੀ ਪੋਲੀਟੀਕਲ ਇਹਨਾਂ ਨੇ ਕੇਸ ਬਣਾਇਆ ਔਰ ਇੱਕ ਬਜ਼ੁਰਗ ਆਦਮੀ ਨੂੰ ਹਿਰਾਸ ਕੀਤਾ ਔਰ ਉਹਦੇ ਉੱਤੇ ਇੱਕ ਗਲਤ ਕੇਸ ਬਣਾ ਕੇ ਮੇਰੇ ਖਿਆਲ 1500 ਦੀ ਆਪਾਂ ਗੱਲ ਕਰੀਏ ਤੇ ਕਹਿੰਦੇ ਜੀ 800 ਰੁਪਈਆ ਲਿਆ ਤੇ 80,000 ਬਣ ਗਿਆ ਤੇ ਜਾਂ 8 ਲੱਖ ਬਣ ਗਿਆ। ਤੇ ਜੇ ਉਹਨਾਂ ਦਾ ਬਿਜ਼ਨਸ ਹੀ ਦੇਖ ਲਈਏ, ਉਹਦੇ ਬ੍ਰਦਰ ਉਹਦਾ ਆਪਣਾ ਪਰਿਵਾਰ ਅਮਰੀਕਾ ਦੇ ਬੜਾ ਵੱਡਾ ਬੜੇ ਵੈਲ ਸੈਟਲਡ ਔਰ ਬੜੇ ਬਿਜ਼ਨਸ ਦੇ ਵਿੱਚ ਬਹੁਤ ਅੱਗੇ ਨੇ। ਇਹ ਕਿਸੇ ਦੇ ਨਾਲ ਇਹੋ ਜਿਹਾ ਕਰਕੇ ਮੇਰਾ ਖਿਆਲ ਕਿ ਇਹਦੇ 'ਚੋਂ ਕੁਛ ਨਹੀਂ ਲੱਭਣਾ। ਦੂਸਰੀ ਚੀਜ਼ ਜਿਹੜੀ ਆ, ਆਪਾਂ ਕਹਿੰਦੇ ਹਾਂ ਕਿ ਇਹ ਜਿਹੜਾ ਕੇਸ ਨੇ, ਇਹ ਜਿਸ ਵੇਲੇ ਉਹ ਮਿਨਿਸਟਰ ਸੀ, ਜਿਸ ਵੇਲੇ ਗਵਰਨਮੈਂਟ ਮੀਨਸ ਮਿਨਿਸਟਰ। ਇਹ ਆਪਾਂ ਜਿਹੜੇ ਸਾਡੇ ਰੂਲਸ ਨੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਮਿਨਿਸਟਰ ਮੀਨਸ ਗਵਰਨਮੈਂਟ, ਸੈਕਟਰੀ ਇਜ਼ ਸੈਕਟਰੀ ਟੂ ਗਵਰਨਮੈਂਟ। ਇਹਦਾ ਮਤਲਬ ਸੈਕਟਰੀ ਮਿਨਿਸਟਰ ਦਾ ਸੈਕਟਰੀ ਹੈ। IAS ਜਿਨ੍ਹਾਂ ਨੇ ਇਹ ਫਾਈਲਾਂ ਭੇਜੀਆਂ, ਅਗਰ ਕਿਸੇ ਮਿਨਿਸਟਰ ਨੇ ਉਹਦੇ ਉੱਪਰ ਡਿਫਰ ਕੀਤਾ ਹੈ, ਉਹਦੇ ਅਗੇਂਸਟ ਲਿਖਿਆ ਹੋਏ, ਉਹਨੂੰ ਓਵਰ ਰੂਲ ਕੀਤਾ ਹੋਏ, ਫਿਰ ਮਿਨਿਸਟਰ 100% ਉਹਦੇ 'ਚ ਗਿਲਟੀ ਆ। ਅਗਰ ਥੱਲਿਓਂ ਸੁਪਰਿੰਟੈਂਡੈਂਟ ਨੇ ਫਾਈਲ ਬਣਾ ਕੇ, ਸੁਪਰਿੰਟੈਂਡੈਂਟ ਤੋਂ ਬਾਅਦ ਅੰਡਰ ਸੈਕਟਰੀ ਆਉਂਦਾ, ਜਦੋਂ ਤੁਸੀਂ ਵੇਖੋ ਤੁਸੀਂ ਦੇਖਿਆ ਕਿ ਪਤਾ ਨਹੀਂ ਕਿੰਨੇ ਕੁ ਸਾਈਨ ਹੋ ਜਾਂਦੇ, ਉਹਨਾਂ ਜਿਹਨਾਂ ਦੀ ਲੋੜ ਵੀ ਨਹੀਂ। ਇਸੇ ਕਰਕੇ ਪੰਜਾਬ ਦੇ ਵਿੱਚ ਕੰਮ ਜਿਹੜੇ ਪੰਜਾਬ ਨੇ ਪੂਰੇ ਹਿੰਦੁਸਤਾਨ 'ਚ ਕੰਮ ਇਸੇ ਕਰਕੇ ਲੇਟ ਹੋ ਜਾਂਦੇ ਕਿ ਫਾਈਲ ਚੱਲਦਿਆਂ 4 ਮਹੀਨੇ ਕੱਢ ਦਿੰਦੇ ਆ। ਤੁਹਾਨੂੰ ਲੱਗਦਾ ਜਿਹੜੇ ਇੱਕ ਮਿੰਟ, ਉਹਦੇ ਬਾਅਦ ਸੈਕਟਰੀ ਜਿਹੜਾ ਫਾਈਨਲ ਆਪਣੀ ਆਬਜ਼ਰਵੇਸ਼ਨ ਦਿੰਦਾ, ਉਹਦੇ 'ਤੇ ਨੋਟ ਦਿੰਦਾ ਆਪਣਾ। ਅਤੇ ਜੇ ਤਾਂ ਮਿਨਿਸਟਰ ਨੇ ਉਹਨੂੰ ਡਾਊਨ ਮਾਰਕ ਕਰਤਾ, ਇਹਦਾ ਮਤਲਬ ਜੋ ਡਿਪਾਰਟਮੈਂਟ ਨੇ ਲਿਖਿਆ, ਜੋ ਸੈਕਟਰੀ ਨੇ ਲਿਖਿਆ, ਉਹ ਉਹਨੂੰ ਐਕਸੈਪਟ ਹੈ ਅਤੇ ਉਹਨੇ ਵਾਪਸ ਭੇਜ ਦਿੱਤੀ ਕਿ ਜੋ ਤੁਸੀਂ ਲਿਖਿਆ। ਇਹਦੇ 'ਚ ਮੈਨੂੰ ਇੱਕ ਚੀਜ਼ ਦੱਸੋ ਕਿ ਜਿਹੜੇ IAS ਨੇ ਉਹ ਵੱਧ ਗਿਲਟੀ ਨੇ, ਮਿਨਿਸਟਰ ਨਾਲ ਵੱਧ ਗਿਲਟੀ ਨੇ, ਉਹਨਾਂ ਨੂੰ ਕੋਈ ਹੱਥ ਨਹੀਂ ਪਾ ਰਿਹਾ। ਅਤੇ ਜਿਹੜੇ ਬੰਦੇ ਦੇ ਵਿੱਚ ਜਿਹਨੇ ਕੋਈ ਗੱਲ ਨਹੀਂ ਕੀਤੀ, ਉਹਦੇ ਨਾਲ ਕਿਤੇ ਜਾਂ ਤਾਂ ਉਹ ਸੈਕਟਰੀ ਕਵੇ ਕਿ ਮਿਨਿਸਟਰ ਨੇ ਕੋਲ ਬਿਠਾ ਕੇ ਮੇਰੇ ਕੋਲ ਇਹ ਨੋਟਿੰਗ ਦਿੱਤੀ ਆ, ਅਤੇ ਫਿਰ ਉਹਦੇ ਤੋਂ ਹੋਰ ਵੱਡਾ ਕੇਸ ਬਣਨਾ ਚਾਹੀਦਾ ਕਿ ਤੂੰ ਵੀ ਕੰਸਟੀਟਿਊਸ਼ਨ ਦੀ ਜਿੱਦਣ IAS ਬਣ ਕੇ ਤੂੰ ਸਹੁੰ ਖਾ ਕੇ ਆਇਆ। ਅਤੇ ਮੈਂ ਵੀ ਜਦੋਂ ਮੈਂ ਮਿਨਿਸਟਰ ਬਣਿਆ, ਮੈਂ ਵੀ ਕੰਸਟੀਟਿਊਸ਼ਨ ਦੀ ਕਿ ਮੈਂ ਲੋਕਾਂ ਲਈ ਵਫਾਦਾਰ ਰਹਾਂਗਾ। ਅਤੇ ਜਿਹੜੇ IAS ਜਾਂ ਆਫਿਸਰ ਨੇ ਉਹ ਵੀ ਸਹੁੰ ਖਾਂਦੇ, ਅਸੀਂ ਸੰਵਿਧਾਨ ਦੇ ਪ੍ਰਤੀ ਅਤੇ ਲੋਕਾਂ ਪ੍ਰਤੀ ਵਫਾਦਾਰ ਰਹਾਂਗਾ, ਅਸੀਂ ਕਿਸੇ ਕੰਮ ਦਾ ਕਿਸੇ ਗੱਲ ਦੀ ਗਲਤ ਨਹੀਂ ਕਰਾਂਗੇ। ਇਹ ਲਈ ਮੈਂ ਭਗਵੰਤ ਮਾਨ ਜੀ ਔਰ ਵਿਜੀਲੈਂਸ ਬਿਊਰੋ ਨੂੰ ਅਪੀਲ ਕਰਨੀ ਚਾਹੁੰਦਾ ਕਿ ਪੋਲੀਟੀਕਲ ਬੰਦਿਆਂ ਨੂੰ ਇੰਨਾ ਬਦਨਾਮ ਨਾ ਕਰੋ ਕਿ ਲੋਕਾਂ ਦਾ ਪੋਲੀਟੀਕਲ ਸਿਸਟਮ ਤੋਂ ਵਿਸ਼ਵਾਸ ਉੱਠ ਜਾਏ। ਤੁਸੀਂ ਵੀ ਇਹਦੇ 'ਚ ਆਉਣਾ। ਤੁਹਾਡੇ ਵੀ ਬੰਦੇ 30-35 ਸਾਡੇ 'ਚੋਂ ਹੀ ਗਏ ਆ ਅਤੇ ਮੈਨੂੰ ਵੀ ਉਹਨਾਂ ਬਾਰੇ ਪਤਾ, ਜਿਹੜੇ MLA ਬਣ ਕੇ ਬੈਠੇ ਨੇ।
ਇਸ ਕਰਕੇ ਪੋਲੀਟੀਕਲ ਕਲਾਸ ਦੀ ਹੁਣ ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ। ਮੈਂ ਪ੍ਰਗਟ ਸਿੰਘ ਔਰ ਮੇਰੇ ਉੱਥੋਂ ਵਰਿੰਦਰਮੀਤ ਪਾੜਾ, ਅਸੀਂ ਤਿੰਨੋਂ ਹੀ ਮਿਲ ਕੇ ਆਏ ਸੀ ਚੀਫ ਡਾਇਰੈਕਟਰ ਵਿਜੀਲੈਂਸ ਵਰਿੰਦਰ ਕੁਮਾਰ ਜੀ ਨੂੰ। ਮੈਂ ਬੜਾ ਉਹਨਾਂ ਬਾਰੇ ਮੇਰੇ ਵਿਊਜ਼ ਐਡੇ ਵਧੀਆ ਸੀ ਕਿ ਬਹੁਤ ਵਧੀਆ ਬੰਦਾ, ਬੜਾ ਠੀਕ ਬੰਦਾ। ਉਹਦੇ 'ਚ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜਿਸ ਦਿਨ ਵਿਕਰਮ ਮਜੀਠੀਏ ਦੇ ਅਸੀਂ ਚੱਲੇ ਹਾਂ ਇਹ ਡਾਇਰੈਕਟਰ POI ਸੀ, ਉਸ ਵੇਲੇ ਮੈਂ ਇਹ ਗੱਲ ਕਹੀ ਕਿ ਇਹ ਬੰਦੇ ਨੇ ਇੱਧਰ ਉੱਧਰ ਨਹੀਂ ਗੱਲ ਕਰਨੀ, ਜਾਂ ਇਹਨੇ ਪੋਲੀਟੀਕਲ ਇਹਦੇ ਦਿਮਾਗ 'ਚ ਆ ਗਈ, ਇਹਨੇ ਕਰਕੇ ਮੈਂ ਆਪ ਟਰਾਂਸਫਰ ਕੀਤਾ ਕਿ ਇਹਦੀ ਇੰਟੈਗ੍ਰਿਟੀ 'ਤੇ ਕੋਈ ਡਾਊਟ ਨਹੀਂ। ਪਰ ਮੇਰੇ ਖਿਆਲ 'ਚ ਇਹ ਕਹੇਗਾ ਕਿ ਬਹੁਤ ਲੇਟ ਕੇਸ ਹੈ ਸਰ, ਮੈਂ ਆਪਣੇ ਆਪ ਨੂੰ ਵਿਡਰਾ ਕਰਦਾ। ਮੇਰੇ ਲਈ ਇਹਦੇ ਲਈ ਮੇਰੇ ਦਿਮਾਗ 'ਚ ਇਹ ਚੀਜ਼ਾਂ, ਮੈਨੂੰ ਕਿਹਾ ਇਹਨੇ ਕਿ ਸੰਗਤ ਸਿੰਘ ਗਿਲਜੀਆਂ ਦੇ ਉੱਤੇ ਕੇਸ ਨਹੀਂ ਬਣਦਾ, ਇਸ ਕਰਕੇ ਇਹਨੂੰ ਅਰੈਸਟ ਨਹੀਂ ਕਰ ਰਹੇ। ਪਰ ਬੜਾ ਅਫਸੋਸ ਆ ਕਿ ਅੱਜ ਬੇਲ ਲੱਗੀ ਸੀ ਉਹਦੇ ਭਤੀਜੇ ਨੂੰ, ਜਿਹਦਾ ਕੋਈ ਰੋਲ ਨਹੀਂ। ਇੱਕ ਬੰਦੇ ਕੋਲ ਐਪਲੀਕੇਸ਼ਨ ਲਈ ਕਿ ਮੈਂ ਜੀ ਇਹਨਾਂ ਦੇ ਅਕਾਊਂਟ 'ਚ, ਵਰਿੰਦਰ ਕੁਮਾਰ ਜੀ ਤੁਸੀਂ ਬੜੀ ਦੇਰ ਦੇ ਹੋ, ਅਕਾਊਂਟ 'ਚ ਵੀ ਕਦੀ ਕਰਪਸ਼ਨ ਦਾ ਪੈਸਾ ਆਉਂਦਾ? ਕਰਪਸ਼ਨ ਦਾ ਪੈਸਾ ਹਮੇਸ਼ਾ 2 ਨੰਬਰ 'ਚ ਆਉਂਦਾ, ਅਤੇ ਤੁਸੀਂ ਕਹਿੰਦੇ ਹੋ ਕਿ 5 ਲੱਖ ਰੁਪਈਆ ਇਹਦੇ ਅਕਾਊਂਟ 'ਚ ਆਇਆ। ਬੜੀ ਸ਼ਰਮ ਦੀ ਗੱਲ ਆ ਕਿ ਐਡਾ ਵਧੀਆ ਆਫੀਸਰ ਇੰਨਾ ਵੱਡਾ ਝੂਠ ਬੋਲ ਜੇ। ਮੇਰਾ ਓਨੈਸਟੀ ਤੋਂ ਥੋੜ੍ਹਾ ਕਰਕੇ ਵਿਸ਼ਵਾਸ ਉੱਠਿਆ, ਔਰ ਖਾਸ ਕਰਕੇ ਵਰਿੰਦਰ ਤੋਂ ਉੱਠਿਆ, ਕਿਉਂਕਿ ਮੇਰੇ ਗੁਰਦਾਸਪੁਰ SSP ਦਾ ਇਹ ਗਲਤ ਕੰਮ ਦੇ ਅੱਗੇ ਖੜਾ ਹੋ ਜਾਂਦਾ ਸੀ। ਮੈਨੂੰ ਸਰਦਾਰ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਤੇ ਦੇਖਿਆ, ਮੈਂ ਮੀਟਿੰਗਸ ਵਿੱਚ ਬੈਠਾ ਹੁੰਦਾ ਸੀ, ਇਹ ਇੰਟੈਲੀਜੈਂਸ ਦਾ ADGP ਸੀ, ਉੱਥੇ ਸਾਨੂੰ ਨਾ ਕਰ ਜਾਂਦਾ ਹੁੰਦਾ ਸੀ। ਪਤਾ ਨਹੀਂ ਇਹਦੀ ਕੀ ਮਜਬੂਰੀ ਆ, ਇਹ ਸਰਕਾਰ ਦੇ ਅੱਗੇ ਘੁਟਨੇ ਟੇਕਿਆ। ਅਫਸਰਸ਼ਾਹੀ ਕਿਤੇ ਨਾ ਕਿਤੇ ਮੈਂ ਤੁਹਾਨੂੰ ਦੱਸ ਰਿਹਾ, ਮੈਨੂੰ ਕਿਹਾ ਵਰਿੰਦਰਮੀਤ ਪਾੜੇ ਨੂੰ ਕਿਹਾ, ਮੈਂ ਕਿਹਾ, ਮੈਨੂੰ ਕਹਿੰਦਾ ਇਸੇ ਕਰਕੇ ਸੰਗਤ ਸਿੰਘ ਗਿਲਜੀਆਂ ਨੂੰ ਅਸੀਂ ਫੜ ਲੈਣ ਜਾ ਰਹੇ, ਉਹਦੇ ਉੱਤੇ ਕੇਸ ਨਹੀਂ ਬਣ ਰਿਹਾ। ਮੈਨੂੰ ਕਿਹਾ, ਮੈਂ ਸਾਹਮਣੇ, ਤੁਸੀਂ ਕਿ ਵਰਿੰਦਰ ਜੀ ਨੂੰ ਮੇਰੇ ਖਿਆਲ ਕਿ ਦੱਸਣਾ, ਮੈਂ ਸਾਹਮਣੇ ਹੋ ਜਾਵਾਂਗਾ ਕਿ ਤੁਸੀਂ ਵਰਿੰਦਰ ਜੀ ਮੈਨੂੰ ਕਿਹਾ। ਪਰ ਆਹ ਜਿਹੜਾ ਕੰਮ ਕਰਨਾ ਕਿ ਮੋਬਾਈਲ ਦੇ ਉੱਤੋਂ ਜਾਂ ਕਿਸੇ ਉੱਤੋਂ, ਜਾਂ ਹੁਣ ਤੁਸੀਂ ਕਹਿ ਦਿਓ ਮੈਂ ਕਹਿ ਦਾਂ ਕਿ ਵਰਿੰਦਰ ਕੁਮਾਰ ਨੇ ਮੇਰੇ ਕੋਲੋਂ 10 ਲੱਖ ਰੁਪਈਆ ਲਿਆ, ਅਤੇ ਕੀ ਗੱਲ ਹੈ ਵਰਿੰਦਰ ਕੁਮਾਰ 'ਤੇ FIR ਹੋਏਗੀ? ਇਹ ਬੜੀਆਂ ਝੂਠੀ ਐਵੀਡੈਂਸ। ਜਿਹੜੇ ਤੁਹਾਡੇ ਸਾਥੀ ਨੇ ਜੀ, ਲੱਗਦਾ ਵੀ ਉਹਨਾਂ ਤੇ ਵੀ ਐਂ ਪੋਲੀਟੀਕਲ ਵੈਂਡੇਟਾ। ਮੈਂ ਇੱਕ ਤੁਹਾਨੂੰ ਬੜਾ ਵੱਡਾ ਚੀਜ਼ ਦੱਸ ਦਿੰਦਾ, ਮੇਰੇ ਕੋਲ ਪੇਪਰ ਰਹਿ ਗਿਆ ਘਰੇ, ਕਿਤੇ ਆਪਾਂ ਬੈਠ ਜਾਵਾਂਗੇ। ਆਪਾਂ ਕਹਿੰਦੇ ਸਿਕਿਉਰਿਟੀ ਦੀ ਗੱਲ, ਭਗਵੰਤ ਮਾਨ ਨੇ, ਚੀਫ ਮਿਨਿਸਟਰ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਇੱਕ ਫਲੈਸ਼ ਕੀਤਾ, PR ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵੱਲੋਂ ਆਇਆ ਕਿ ਇੰਨੇ ਬੰਦੇ 420 ਬੰਦਿਆਂ ਦੀ ਸਿਕਿਉਰਿਟੀ ਵਿਡਰਾ ਕਰਨੀ। ਔਰ ਟਵੀਟ ਪੜ੍ਹਿਆ ਹੋਣਾ ਤੁਸੀਂ, ਤੁਹਾਨੂੰ ਵੀ ਸਾਰਿਆਂ ਪਤਾ, ਤੂੰ ਜਾਂ ਚਲਾਇਆ ਹੀ ਆ, ਜਿਹਦੇ ਉੱਤੇ ਲਿਖਿਆ ਸੀ ਡੇਰਾ ਮੁਖੀ, ਜਥੇਦਾਰ ਅਕਾਲ ਤਖਤ ਔਰ ਸਿੱਧੂ ਮੂਸੇਵਾਲੇ, 3 ਬੰਦਿਆਂ ਦਾ ਨਾਂ ਲਿਖਿਆ ਕਿ ਇਹ ਇਹਨਾਂ ਦੀ ਸਿਕਿਉਰਿਟੀ ਵਿਡਰਾ ਕਰ ਲਈ। ਤੁਹਾਡਾ ਚੈਨਲ ਮੇਰੇ ਕਿ ਨਿਊਜ਼ 18 ਤੇ ਬਾਕੀਆਂ ਵੀ ਬਹੁਤ ਚਲਾਇਆ ਕਿ ਸੁਖਜਿੰਦਰ ਸਿੰਘ ਰੰਧਾਵੇ ਦੇ ਬੇਟੇ ਦੀ ਸਿਕਿਉਰਿਟੀ ਵਿਡਰਾ ਕਰ ਲਈ। ਇਹ ਕਰਕੇ ਮੈਂ ਅਸੈਂਬਲੀ ਦੇ ਵਿੱਚ ਇੱਕ ਕੁਐਸਚਨ ਪਾਇਆ ਸੀ SAG ਕਿ ਅਕਤੂਬਰ 2021 ਤੋਂ ਲੈ ਕੇ ਜਨਵਰੀ ਤੱਕ, ਜਿੰਨੇ ਦਿਨ ਸਾਡੀ ਸਰਕਾਰ ਰਹੀ, 8 ਜਨਵਰੀ ਤੱਕ ਮੇਰਾ ਖਿਆਲ ਰਹੀ ਆ, ਉਹ ਕਹਿ ਕੇ ਉਦੋਂ ਤੱਕ ਕਿੰਨੇ ਲੋਕਾਂ ਦੀ ਸਿਕਿਉਰਿਟੀ ਵਿਡਰਾ ਕੀਤੀ ਗਈ। ਮੇਰਾ ਖਿਆਲ ਮੈਕਸੀਮਮ ਮੇਰੇ ਟਾਈਮ 'ਚ ਹੋਈ ਆ। ਤੁਹਾਨੂੰ ਕਿਸੇ ਨੂੰ ਨਹੀਂ ਪਤਾ ਕਿਸ ਆਦਮੀ ਦੀ ਸਿਕਿਉਰਿਟੀ, ਕਿਉਂਕਿ ਟੌਪ ਸੀਕਰੇਟ ਤੇ ਉਹਦੀ ਜਨਤਕ ਨਹੀਂ ਕਰੀ ਦੀ, ਲਿਖਿਆ ਹੁੰਦਾ ਉਹਦੇ 'ਤੇ ਲਿਖਿਆ ਹੁੰਦਾ ਟੌਪ ਸੀਕਰੇਟ। ਉਹ ਕਰਕੇ ਇਹਨਾਂ ਨੇ ਉਹ ਸਿਕਿਉਰ ਕੀਤੀ। ਮੈਂ ਵਿਧਾਨ ਸਭਾ ਦੇ ਵਿੱਚ ਜਿਹੜਾ ਕੁਐਸਚਨ ਪਾਇਆ, ਇੰਨੀ ਤੋਂ ਲੈ ਕੇ ਇੰਨੀ ਤੱਕ ਕਿੰਨਿਆਂ ਬੰਦਿਆਂ ਦੀ ਹੋਈ, ਅਤੇ ਜਿਸ ਵੇਲੇ ਭਗਵੰਤ ਮਾਨ ਨੇ ਮੇਰੇ ਖਿਆਲ 20 ਮਾਰਚ ਨੂੰ ਜੁਆਇਨ ਕੀਤਾ ਸੀ ਆਮ ਆਦਮੀ ਪਾਰਟੀ, ਮੈਂ ਕਿਹਾ 20 ਮਾਰਚ ਤੋਂ ਲੈ ਕੇ ਮਈ ਤੱਕ ਕਿੰਨੇ ਬੰਦਿਆਂ ਦੀ ਸਿਕਿਉਰਿਟੀ ਵਿਡਰਾ ਕੀਤੀ ਗਈ ਹੈ। ਉਹਨਾਂ ਲਿਖਿਆ ਕਿ ਇਹ ਸੀਕਰੇਟ ਮਾਮਲਾ, ਇਹ ਜਨਤਕ ਨਹੀਂ ਕੀਤਾ ਜਾ ਸਕਦਾ। ਵਿਧਾਨ ਸਭਾ 'ਚ ਮੈਂਬਰਾਂ ਨੂੰ ਤਾਂ ਜਨਤਕ ਨਹੀਂ ਕੀਤਾ ਜਾ ਸਕਦਾ, ਠੀਕ ਹੈ, ਅਤੇ ਇਹਦਾ ਨਾਲ ਹੀ ਉਹਨੂੰ ਉੱਥੇ ਕੀਤਾ ਜਾ ਸਕਦਾ ਜਿੱਥੇ ਪਬਲਿਕ ਦੇ ਵਿੱਚ ਹੈ। ਯਾਰ ਇੱਕ ਦਿਨ ਪਹਿਲਾਂ ਇਹ ਭਗਵੰਤ ਮਾਨ ਉਹ ਆਪਣੀ ਸਿਕਿਉਰਿਟੀ ਵਾਲੀ ਲੀਕ ਕਰਦਾ, ਦੂਸਰੇ ਦਿਨ
ਉਹ ਮੁੰਡਾ ਜਿਹੜਾ ਉਹਨੂੰ ਮਾਰ ਦਿੱਤਾ ਜਾਂਦਾ। ਤੇ ਇਹਦਾ ਮਤਲਬ ਮੈਂ ਤੇ ਕੋਰਟ 'ਚ ਵੀ ਜਾਵਾਂਗਾ ਕਿ ਸਾਨੂੰ ਤੇ ਕਹਿੰਦੀ ਆ ਵਿਧਾਨ ਸਭਾ 'ਚ ਜਿਹੜੇ ਲੈਜਿਸਲੇਚਰ ਜਿਹੜੇ ਕਾਨੂੰਨ ਬਣਾਉਂਦੇ ਆ, ਸਾਨੂੰ ਤੇ ਨਹੀਂ ਦੱਸੀ ਜਾਂਦੀ, ਪ੍ਰੈਸ ਨੂੰ ਜ਼ਰੂਰ ਦੱਸਿਆ ਜਾਂਦਾ ਕਿ ਇਹ ਚੀਜ਼ ਹੈ। ਮੈਨੂੰ ਅੱਜ ਤੱਕ ਤੁਸੀਂ ਮੇਰੇ ਘਰੇ ਗੱਡੀ ਖੜੀ ਆ, ਤੁਸੀਂ ਵੀ ਜਾਣਦੇ ਹੋ, ਤੁਸੀਂ ਸਾਰੇ ਮੈਨੂੰ ਮਿਲਦੇ ਹੋ, ਕਦੀ ਮੈਨੂੰ ਅੱਜ ਤੱਕ ਸਰਕਾਰੀ ਇਨੋਵਾ 'ਚ ਬੈਠਿਆਂ ਵੇਖਿਆ ਸੀ? ਨਹੀਂ। ਕਹਿੰਦੇ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਗੱਡੀ ਵਾਪਸ, ਤੇ ਮੇਰੀ ਗੱਡੀ ਦੇ ਵਿੱਚ ਤੇ ਪੁਲਿਸ ਬੈਠਦੀ ਸੀ। ਇਹ ਜਿਹੜੀ ਅੱਜ ਚੀਜ਼ ਮੈਂ ਬੜਾ ਤੁਹਾਨੂੰ ਖੁੱਲ੍ਹ ਕੇ ਦੱਸਣਾ ਚਾਹੁੰਦਾ ਕਿ ਜਿਹੜੇ MLA ਬੈਠ ਕੇ ਆਉਂਦੇ ਨੇ, ਇਹ ਸਾਨੂੰ ਸਿਕਿਉਰਿਟੀ ਲਈ ਪੁਲਿਸ ਲਈ ਗੱਡੀ ਮਿਲੀ ਆ, ਨਾ ਕਿ ਸਾਡੇ ਪਰਸਨਲ ਵਰਤੋਂ ਲਈ। ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹ ਪੁੱਛ ਲਿਓ ਕਿ ਇਹ ਸਿਕਿਉਰਿਟੀ ਲਈ ਮਿਲੀ ਆ ਕਿ ਤਾਂ ਹੋਏ ਮੇਰੀ ਗੱਡੀ ਦੇ ਪਿੱਛੇ ਉਹਦੇ ਉੱਤੇ ਕੋਈ ਦਿਨ ਅਚਾਨਕ ਆ ਜਾਓ। ਮੇਰੇ ਕੋਲ ਜਿਹੜੀ ਇਨੋਵਾ ਉਹਦੇ ਉੱਤੇ ਪੁਲਿਸ ਲਿਖਿਆ ਤੇ ਮੇਰੇ ਗਨਮੈਨ ਬੈਠਦੇ ਨੇ। ਤੇ ਹੋਰ ਇੱਕ ਚੰਨ ਮੈਂ ਚੀਜ਼ ਦੱਸਦਾ, ਇਹ ਕਹਿੰਦੇ ਨੇ ਕਿ ਅਸੀਂ 1500 ਵੀ ਘਟਾਵਾਂਗੇ, ਅਸੀਂ 1000 ਵੀ ਘਟਾਵਾਂਗੇ। ਪੈਨਸ਼ਨ ਜਿਹੜੀ ਆ ਬੜੀ ਤੁਹਾਡੇ ਲਈ ਵੇਖਣ ਵਾਲੀ ਗੱਲ ਹੈ। ਪੈਨਸ਼ਨ ਜਿਹੜੀ ਆ ਇਹ ਗਿਆਨੀ ਜੈਲ ਸਿੰਘ ਨੇ MLA ਦੀ ਸਟਾਰਟ ਕੀਤੀ ਸੀ। ਉਸ ਟਾਈਮ ਉਹਨਾਂ ਨੇ ਇਹ ਵੀ ਨਾਲ ਕੀਤਾ ਸੀ ਕਿ ਜਿਹੜੇ MLA ਨੇ 1, 2 ਤੇ 3 ਨੰਬਰ ਜਿਹੜੀ ਸੀਟ ਆ ਉਹ ਰਿਜ਼ਰਵ ਰੱਖੀ ਜਾਂਦੀ ਸੀ MLA ਦੀ, ਕਿਉਂਕਿ ਉਦੋਂ ਫਰੀडम ਫਾਈਟਰ ਤੇ ਬੜੇ ਡਾਊਨ ਟੂ ਜਿਹੜੇ ਅਰਥ ਹੁੰਦੇ ਸੀ, ਜਾਂ ਜਿਹੜੇ ਇਹਨਾਂ ਦੇ ਘਰੋਂ ਚੋਂ ਕਈ MLA ਕੋਲ 500 ਰੁਪਈਆ ਸਿਕਿਉਰਿਟੀ ਦੇਣ ਦੀ ਨਹੀਂ ਹੁੰਦਾ, ਪਾਰਟੀ ਦਿੰਦੀ ਸੀ ਉਹਨਾਂ ਦੀ ਭਰਤੀ। ਉਹ ਚੀਜ਼ ਨੂੰ ਕਰਕੇ ਉਹਨਾਂ ਨੇ ਵੇਖਿਆ ਕਿ MLA ਜਦੋਂ ਉਤਰ ਜਾਂਦਾ, ਉਸ ਵੇਲੇ 73 ਦੇ ਵਿੱਚ ਗਿਆਨੀ ਜੈਲ ਸਿੰਘ ਬਿੱਲ ਲੈ ਕੇ ਆਏ ਸੀ, ਮੇਰੇ ਖਿਆਲ 300 ਰੁਪਈਆ ਉਸ ਟਾਈਮ ਪੈਨਸ਼ਨ ਉਹਨਾਂ ਨੇ ਕੀਤੀ ਸੀ, ਉਦੋਂ ਦੀ ਪੈਨਸ਼ਨ ਤੁਰੀ ਹੋਣੀ। ਅੱਜ ਮੈਂ ਭਗਵੰਤ ਮਾਨ ਨੂੰ ਇੱਕ ਅਪੀਲ ਕਰਦਾ, ਮੇਰੇ ਨਾਲ ਬਹੁਤ MLA ਅੱਜ ਔਖੇ ਵੀ ਹੋਣਗੇ, ਮੈਂ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਕਿ ਅਸੀਂ ਸਾਰੇ ਅਫੋਰਡ ਕਰ ਸਕਦੇ ਹਾਂ। ਸਾਨੂੰ MLA ਹੋਸਟਲ ਚੰਡੀਗੜ੍ਹ 'ਚ ਦਿੱਤੇ ਨੇ ਫਲੈਟ। MLA ਸਾਰੇ ਹੀ ਤਕਰੀਬਨ ਤੁਸੀਂ ਦੇਖਦੇ ਹੋ ਕਿ ਚੰਡੀਗੜ੍ਹ ਬੈਠੇ ਹੁੰਦੇ। ਸਾਡਾ ਜਿਹੜਾ ਅਲਾਊਂਸ ਆ ਇਹ ਬਿਲਕੁਲ ਬੰਦ ਕਰਨਾ ਚਾਹੀਦਾ। ਜਿਹੜੇ ਅਸੀਂ ਆਪਣੀਆਂ ਕਾਰਾਂ 'ਤੇ ਸਾਨੂੰ ਸਰਕਾਰ ਨੇ ਕਾਰ ਦਿੱਤੀ ਹੈ, ਜਿਹੜੀ ਗੱਡੀ 'ਚ ਆਉਂਦੇ ਆ ਉਹ ਸਿਕਿਉਰਿਟੀ ਦੀ ਗੱਡੀ 'ਚ ਅਸੀਂ ਬੈਠੇ ਹੁੰਦੇ ਹਾਂ। ਤੇ ਤੁਸੀਂ ਦੱਸੋ ਕਿ ਸਿਕਿਉਰਿਟੀ ਦਾ ਤੇਲ ਤੇ ਪੈ ਗਿਆ ਸਿਕਿਉਰਿਟੀ 'ਚ, ਤੇ MLA ਸਾਹਿਬ ਉੱਤੇ ਬੈਠੇ ਨੇ ਹਵਾ 'ਚ ਕਿ ਗੱਡੀ ਦੇ ਉੱਤੇ ਮੈਂ ਚੜ੍ਹ ਕੇ ਆਇਆ ਜੀ। ਇਹ 10,000 ਰੁਪਈਆ ਵੀ ਬੰਦ ਹੋਣਾ ਚਾਹੀਦਾ ਮੀਟਿੰਗ ਦਾ। ਤੇ ਫਿਰ ਤੇ ਅਸੀਂ ਹੈਗੇ ਸੱਚੇ ਭਗਤ, ਤੇ ਐਵੇਂ ਝੂਠੀ ਬੱਲੇ ਬੱਲੇ ਕਰਾਉਣ ਦਾ ਕੋਈ ਮਤਲਬ ਨਹੀਂ। ਔਰ ਮੈਂ ਅੱਜ ਤੱਕ 4-5 ਮੀਟਿੰਗਸ ਹੋਈਆਂ ਨੇ, ਮੈਂ ਕਦੀ ਮੀਟਿੰਗ ਦੇ ਵਿੱਚ ਸਾਈਨ ਹੀ ਨਹੀਂ ਕੀਤੀ। ਉਹ ਮੀਟਿੰਗ 'ਚ ਹੈ ਹੀ ਕੋਈ ਨਹੀਂ, ਉੱਥੇ ਕੀ ਡਿਸਕਸ਼ਨ ਕਰਨੀ, ਸਿਰਫ 10,000 ਰੁਪਈਆ ਲੈਣਾ। ਮਹੀਨੇ 'ਚ ਸਾਡੀਆਂ 4 ਮੀਟਿੰਗਸ ਹੁੰਦੀਆਂ, ਤੇ ਉਹ ਜਿਹੜੇ 2-2 ਵੀ ਕਈਆਂ ਦੀਆਂ ਹੁੰਦੀਆਂ ਨੇ। ਇਹਦਾ ਮਤਲਬ ਜਿਹੜਾ ਇੱਕ ਕਮੇਟੀ 'ਚ ਉਹਨੂੰ 40,000 ਮਿਲ ਗਿਆ, ਜਿਹੜਾ ਦੋਵਾਂ 'ਚ ਹੋ ਗਿਆ ਉਹਨੂੰ 80,000 ਮਿਲ ਜੂਗਾ। ਇਹ ਚੀਜ਼ ਵੀ ਬੰਦ ਹੋਣੀ ਚਾਹੀਦੀ। ਰੰਧਾਵਾ ਸਾਹਿਬ ਨਵੇਂ DGP ਨੂੰ ਦਾ ਉਹਨਾਂ ਦਾ ਕਿਵੇਂ ਦੇਖਦੇ ਹੋ ਕੰਮਕਾਰ? ਉਹਨਾਂ ਨੇ ਕਿਹਾ ਵੀ ਜਿਹੜੇ ਗੈਂਗਸਟਰ ਹੈ ਉਹ ਥੋੜੇ ਦਿਨਾਂ 'ਚ ਹੀ ਅਸੀਂ ਖਤਮ ਕਰ ਦਾਂਗੇ। ਮੈਂ ਕਿਹਾ ਜੀ ਉਹਨਾਂ ਮੈਂ ਮੁਬਾਰਕਬਾਦ ਦੇਣਾ, ਔਰ ਸਾਡੇ ਟਾਈਮ 'ਤੇ ਵੀ ਰਹੇ ਨੇ, ਉਹਨਾਂ 'ਚ ਇੰਟੈਗ੍ਰਿਟੀ 'ਤੇ ਮੈਂ ਕੋਈ ਡਾਊਟ ਨਹੀਂ ਕਰਦਾ, ਪਰ ਪਹਿਲੇ DGP 'ਤੇ ਵੀ ਇੰਟੈਗ੍ਰਿਟੀ 'ਤੇ ਮੈਂ ਉਹਦੇ 'ਤੇ ਵੀ ਡਾਊਟ ਨਹੀਂ ਕਰਦਾ। ਮੈਂ ਜ਼ਰੂਰ ਕਿਹਾ ਸੀ ਕਿ ਇਹ ਇੱਕ ਕਮਜ਼ੋਰ DGP ਹੈ। ਮੈਂ ਉਸ DGP ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਵੀ ਦੇਖਿਆ, ਜਦੋਂ ਇੰਟੈਲੀਜੈਂਸ ਦੇ ਵਿੱਚ ਸੀ, ਉਹ ਜਿਹੜੀ ਗੱਲ ਗਲਤ ਹੁੰਦੀ ਸੀ ਉਹਦੇ 'ਤੇ ਠੋਕ ਕੇ ਉਹ ਜਵਾਬ ਦੇ ਦਿੰਦਾ ਸੀ। ਤੇ ਨਾਲ ਹੀ ਮੈਂ ਇਹ ਵੀ ਵੇਖਿਆ ਕਿ ਵਰਿੰਦਰ ਕੁਮਾਰ ਵੀ ਬੜਾ ਠੋਕ ਕੇ ਜਵਾਬ ਦਿੰਦਾ ਸੀ। ਪਤਾ ਨਹੀਂ ਕੀ ਗੱਲ ਹੋ ਗਈ, ਕੀ ਉਹਦੀਆਂ ਮਜਬੂਰੀਆਂ, ਜਾਂ 25 ਦੇ ਵਿੱਚ ਰਿਟਾਇਰਮੈਂਟ ਅਖੀਰ ਜੇ ਜਾਣ ਕੇ ਤਕਰੀਬਨ ਜਦੋਂ ਮੰਜੇ 'ਤੇ ਪੈ ਜਾਈਦਾ ਉਦੋਂ ਆਸ ਵੀ ਛੱਡ ਦਈਦੀ ਆ ਕਿ ਇਹ ਬੰਦਾ ਤੇ ਹੁਣ ਗਿਆ ਤੇ ਯਾਰ ਕੋਈ ਗੱਲ ਨਹੀਂ। ਇੱਕ ਕੱਲ ਫਤਿਹਗੜ੍ਹ ਸਾਹਿਬ ਬੇਅਦਬੀ ਦੇ ਉੱਤੇ ਇਜਲਾਸ ਹੋਇਆ ਜੀ, ਸਾਰਿਆਂ ਨੂੰ ਬੁਲਾਇਆ ਗਿਆ ਸੀ, ਪਰ ਤੁਹਾਡੇ ਪ੍ਰਤਾਪ ਸਿੰਘ ਬਾਜਵਾ ਦੇ ਇਲਾਵਾ ਉੱਥੇ ਕੋਈ ਨਹੀਂ ਪਹੁੰਚਿਆ। ਤੇ ਤੁਸੀਂ ਕਿਉਂ ਨਹੀਂ ਗਏ? ਤੇ ਹੁਣ ਜਿਵੇਂ ਉਹਨਾਂ ਨੇ ਵੇਖੋ, ਮੈਂ ਇਹਦੇ 'ਚ ਮੈਂ ਝੂਠੀ ਸ਼ੋਹਰਤ ਨਹੀਂ ਲੈਣਾ ਚਾਹੁੰਦਾ। ਮੈਂ ਇਹਦੇ 'ਚ ਬੋਲੇ ਨੇ ਆਪਣੇ ਬਲਵੰਤ ਸਿੰਘ ਰਾਮੂ ਵਾਲੀਆ ਜੀ, ਉਹ ਕਹਿੰਦੇ ਮੈਂ 2016 'ਚ ਵਰਿਆਮ ਸਿੰਘ ਛੱਡਿਆ, ਤੇ ਮੈਂ ਵੀ ਇੱਕ ਵਰਿਆਮ ਸਿੰਘ ਇੱਥੋਂ ਪਟਿਆਲਾ ਜੇਲ੍ਹ ਤੋਂ ਛੱਡਿਆ। ਉਹਨਾਂ ਨੇ ਕਿਹਾ ਕਿ ਮੇਰੇ ਤੋਂ ਬਿਨਾਂ ਕਿਸੇ ਨੇ ਵੀ ਕੋਈ ਕੈਦੀ ਨਹੀਂ ਛੱਡਿਆ। ਮੇਰੇ ਖਿਆਲ ਸਪੋਕਸਮੈਨ ਵਾਲਿਆਂ ਦੇ ਤੇ ਮੈਂ ਲਿਸਟ ਵੀ ਦਿੱਤੀ ਸੀ। ਮੈਂ ਆਪਣੇ ਟਾਈਮ 'ਚ 7 ਆਦਮੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚੋਂ ਛੱਡਿਆ, ਜਿਹੜੇ ਉਸ ਟਾਈਮ ਦੇ ਬੰਦੀ ਸਿੰਘ ਸੀ। ਅੱਜ ਪੰਜਾਬ ਦੇ ਵਿੱਚ ਕੋਈ ਵੀ ਬੰਦੀ ਸਿੰਘ ਨਹੀਂ, ਸਿਰਫ ਉਹ ਬੰਦੀ ਸਿੰਘ ਰਹਿ ਗਏ ਨੇ ਜਿਨ੍ਹਾਂ ਦਾ ਕੇਸ ਚੰਡੀਗੜ੍ਹ 'ਚ ਆ, ਜਿਨ੍ਹਾਂ ਦਾ ਕੇਸ ਦਿੱਲੀ 'ਚ ਆ। ਉਹ ਉਹਨਾਂ ਸਟੇਟਾਂ ਨੇ ਛੱਡਣਾ। ਔਰ ਮੈਂ ਉਸ ਟਾਈਮ ਕੇਜਰੀਵਾਲ ਸਾਹਿਬ ਨੂੰ ਲੈਟਰ ਲਿਖੀ ਸੀ ਕਿ ਦਵਿੰਦਰਪਾਲ ਸਿੰਘ
ਜਿਹੜਾ ਹੈਗਾ ਇਹਦਾ ਕੇਸ ਜਿਹੜਾ ਇਹਨੂੰ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਕੰਸੀਡਰ ਕੀਤਾ ਜਾਏ, ਕਿਉਂਕਿ ਫਿਜ਼ੀਕਲੀ ਔਰ ਮੈਂਟਲੀ ਠੀਕ ਨੇ ਤੇ ਇਹਨੂੰ ਆਪਾਂ ਛੱਡ ਦੇਣਾ ਚਾਹੀਦਾ। ਉਹਨਾਂ ਨੇ ਮੈਨੂੰ ਜਵਾਬ ਨਹੀਂ ਦਿੱਤਾ। ਮੁੱਖ ਮੰਤਰੀ ਨੂੰ ਚਾਹੀਦਾ ਸੀ ਜਿਹੜਾ ਦਿੱਲੀ ਗਵਰਨਮੈਂਟ ਦਾ ਮਿਨਿਸਟਰ ਜਾਂ ਜੇਲ੍ਹ ਮਿਨਿਸਟਰ ਨੂੰ ਜੇਲ੍ਹ ਮਿਨਿਸਟਰ ਹੀ ਜਵਾਬ ਦਿੰਦਾ, ਪਰ ਉਹਨਾਂ 'ਚ ਇੰਨੀ ਐਰੋਗੈਂਸੀ ਆ ਉਸ ਗਵਰਨਮੈਂਟ ਦੇ ਵਿੱਚ, ਇਸ ਦਿੱਲੀ ਵਾਲੀ ਗਵਰਨਮੈਂਟ 'ਚ ਉਹਨਾਂ ਨੇ ਇੱਕ ਅੰਡਰ ਸੈਕਟਰੀ ਕੋਲੋਂ ਮੇਰੇ ਪ੍ਰਿੰਸੀਪਲ ਸੈਕਟਰੀ ਨੂੰ ਜਵਾਬ ਦਿੱਤਾ ਕਿ ਸਾਡੀ ਕਮੇਟੀ ਬੈਠੀ ਹੈ, ਉਹਨੇ ਇਹਦਾ ਕੇਸ ਰਿਜੈਕਟ ਕਰ ਦਿੱਤਾ। ਦੂਸਰੀ ਤਰ੍ਹਾਂ ਫਿਰ ਦੁਬਾਰਾ ਲਿਖਿਆ ਗਿਆ KTS ਪੁਲਿਸੀ ਦੀ ਰਿਪਰੈਜ਼ੈਂਟੇਸ਼ਨ ਆਈ ਸੀ, ਉਹ KTS ਪੁਲਿਸੀ ਦੀ ਫਿਰ ਜਵਾਬ, ਮੈਂ ਕਿਹਾ ਯਾਰ ਇਹਨਾਂ ਦੇਣਾ ਨਹੀਂ। ਮੈਂ ਫਿਰ ਵੈਂਕਟਾ ਰਤਨਮ ਉਸ ਵੇਲੇ ਸਾਡੇ ਪ੍ਰਿੰਸੀਪਲ ਸੈਕਟਰੀ ਇਹਦੇ 'ਚ ਜੇਲ੍ਹ ਸੀਗੇ, ਉਹਨਾਂ ਵੱਲੋਂ ਲੈਟਰ ਲਿਖਾਈ। ਮੈਂ ਕਿਹਾ 2 ਸਾਲ ਹੋ ਗਿਆ, ਉਹਦਾ ਉਹਨਾਂ ਨੇ ਜਵਾਬ ਦੇਣਾ ਹੀ ਨਹੀਂ ਸਮਝਿਆ। ਸਿਮਰਜੀਤ ਮਾਨ ਦੇ ਬਿਆਨ ਬਾਰੇ ਕੀ ਕਹਿਣਾ? ਭਗਤ ਸਿੰਘ ਨੂੰ ਲੈ ਕੇ ਇੱਕ ਸਿਆਸਤ ਵੱਖਰੀ ਹੋ ਰਹੀ ਹੈ। ਸਿਮਰਜੀਤ ਮਾਨ ਹੋਣਾ ਇਹ ਬਿਆਨ ਪਹਿਲਾਂ ਵੀ ਦਿੱਤਾ ਸੀ ਜੀ ਜੀ ਬਿਲਕੁਲ। ਉਹਦੇ 'ਚ ਮੇਰੇ ਖਿਆਲ ਇਹਨਾਂ ਨੇ ਤਰੀਕਾਂ ਵੀ ਭੁਗਤੀਆਂ ਤੇ ਬਰੀ ਵੀ ਹੋ ਗਏ। ਪਹਿਲਾਂ ਤੇ ਤਰੀਕਾਂ ਭੁਗਤੀਆਂ, ਬਰੀ ਵੀ ਹੋ ਗਈ। ਸਿਮਰਜੀਤ ਮਾਨ ਜਿਹੜੇ ਨੇ ਬੜੇ ਸੁਲਝੇ ਬੰਦੇ ਨੇ। ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਹੋ ਜਿਹੇ ਬਿਆਨ ਦੇਣੇ ਨਾ ਸਿੱਖ ਕੌਮ ਲਈ ਨਾ ਪੰਜਾਬੀਅਤ ਲਈ ਠੀਕ ਨੇ। ਬੜਾ ਜੇਲ੍ਹ ਦੇ ਵਿੱਚ ਬੈਠ ਕੇ ਉਹਨਾਂ ਨੇ ਬੜੀਆਂ ਕਿਤਾਬਾਂ ਪੜ੍ਹੀਆਂ। ਮੈਂ ਜਿਸ ਵੇਲੇ ਜੇਲ੍ਹਾਂ 'ਚ ਰਹੇ, ਮੇਰੇ ਨਾਲ ਸੁਪਰਟੈਂਡੈਂਟ ਜੇਲ੍ਹ ਵੀ ਗੱਲਾਂ ਕਰਦੇ, ਕਹਿੰਦੇ ਜੀ ਜਿੰਨਾ ਸਟੱਡੀ ਸਿਮਰਜੀਤ ਸਿੰਘ ਮਾਨ ਨੇ ਕੀਤੀ ਆ, ਕਹਿੰਦੇ ਕਮਰਾ ਭਰ ਦਿੱਤਾ ਇਹਨਾਂ ਨੇ 4 ਸਾਲਾਂ ਦੇ ਵਿੱਚ ਕਿ ਜਿਹੜੀਆਂ ਬੁੱਕਸ ਪੜ੍ਹੀਆਂ। ਕਹਿੰਦੇ ਅਸੀਂ ਜਾਣ ਲੱਗਣ ਨੂੰ ਆਖਿਆ ਜੀ ਇਹ ਸਾਨੂੰ ਇੱਥੇ ਦੇ ਦਿਓ, ਕਹਿੰਦੇ ਅੰਗਰੇਜ਼ੀ ਤੇ ਦੂਸਰੀਆਂ ਨੇ, ਇਹਨਾਂ ਨੂੰ ਮੈਂ ਆਪਣੀ ਲਾਇਬ੍ਰੇਰੀ 'ਚ ਰੱਖਾਂਗਾ। ਅਤੇ ਜਿਸ ਵੇਲੇ ਅਸੀਂ ਸਰਦਾਰ ਭਗਤ ਸਿੰਘ ਦੀ ਗੱਲ ਕਰਦੇ ਹਾਂ, ਬੜੀ ਬਦਕਿਸਮਤੀ ਆ ਕਿ ਪਿੰਡਰਾਂ ਵਾਲੇ ਦੇ ਨਾਲ ਉਸ ਦੇਸ਼ ਭਗਤ ਨੂੰ ਕਰਨਾ, ਇੱਕ ਬੰਦਾ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਲੜੀ ਅਤੇ ਇੱਕ ਬੰਦੇ ਨੇ ਟੈਰਰਿਜ਼ਮ ਨੂੰ ਪਹਿਲ ਦਿੱਤੀ। ਔਰ ਇਹੋ ਹੀ ਨਹੀਂ, ਉੱਥੋਂ ਦੇਸ਼ ਲਈ ਅਗੇਂਸਟ ਪਿੰਡਰਾਂ ਵਾਲਾ ਜਿਹੜਾ ਆਦੇਸ਼ ਦਿੰਦਾ ਰਿਹਾ ਔਰ ਇਹ ਕਹਿੰਦਾ ਰਿਹਾ ਕਿ ਘੜੇ 'ਚੋਂ ਪਰਚੀ ਕੱਢਣੀ ਕਿ ਆਹ ਬੰਦਾ ਮਾਰ ਕੇ ਲੈ ਕੇ ਆਓ। ਜੇ ਤੇ ਲੜੀ ਸੀ ਅੰਗਰੇਜ਼ਾਂ ਦੇ ਬਰਖਲਾਫ, ਫਿਰ ਤਾਂ ਮੈਂ ਪਿੰਡਰਾਂ ਵਾਲੇ ਨੂੰ ਕਹਾਂਗਾ ਕਿ ਉਹ ਦੇਸ਼ ਭਗਤ ਸੀ, ਅਤੇ ਜੇ ਪੰਜਾਬੀਆਂ ਨੂੰ ਹੀ ਮਾਰਿਆ ਤੇ ਫਿਰ ਮੈਂ ਉਹਨੂੰ ਅੱਤਵਾਦੀ ਕਹਾਂ। ਠੀਕ ਹੈ, ਥੈਂਕ ਯੂ ਸਰ।